ਦੋਸਤੋ ਅਮਰੀਕਾ ਦੇ ਇਮੀਗ੍ਰੇਸ਼ਨ ਕੇਸਿਸ ਦੇ ਵਿੱਚ ਅੱਜ ਕੱਲ ਲੋਕਾਂ ਨੂੰ ਦੋ ਬੜੇ ਵੱਡੇ ਮਸਾਇਲ ਦਾ ਸਾਹਮਣਾ ਹੈ। ਦੋ ਪੁਆਇੰਟ ਐਸੇ ਨੇ ਜਿਹਦੀ ਵਜ੍ਹਾ ਨਾਲ ਲੋਕਾਂ ਦੇ ਕੇਸ ਵੀ ਰਿਫਿਊਜ਼ ਹੋ ਰਹੇ ਨੇ ਔਰ ਡਿਲੇ ਵੀ ਹੋ ਰਹੇ ਨੇ। ਉਹ ਦੋ ਪੁਆਇੰਟ ਕੀ ਨੇ, ਉਹਨਾਂ ਦਾ ਹੱਲ ਕੀ ਹੈ ਔਰ ਉਹਨਾਂ ਨੂੰ ਸ਼ੁਰੂ ਹੋਣ ਤੋਂ ਪਹਿਲੇ ਹੀ ਉਹਨਾਂ ਦਾ ਹੱਲ ਕੱਢ ਕੇ ਡਾਕੂਮੈਂਟ ਜਮ੍ਹਾਂ ਕਰਵਾਉਣੇ ਨੇ। ਇਹ ਸਾਰਾ ਤਰੀਕਾ ਮੈਂ ਤੁਹਾਨੂੰ ਅੱਜ ਇਸ ਵੀਡੀਓ 'ਚ ਦੱਸਾਂਗਾ ਔਰ ਇੱਕ ਐਸੀ ਟਿਪ ਦਾਂਗਾ ਜਿਹਦੇ ਨਾਲ ਤੁਹਾਡਾ ਕੇਸ ਬਹੁਤ ਹੀ ਮਜ਼ਬੂਤ ਹੋ ਜਾਏਗਾ। ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲੈਣਾ, ਵੀਡੀਓ ਨੂੰ ਆਖਰ ਤੱਕ ਦੇਖਣਾ। ਤੇ ਦੋਸਤੋ ਪਹਿਲਾ ਮਸਲਾ ਜਿਹੜਾ ਆ ਰਿਹਾ ਲੋਕਾਂ ਨੂੰ, ਉਹ ਇੰਟਰਵਿਊ ਦੇ ਵਿੱਚ ਇਤਰਾਜ਼ ਲੱਗ ਕੇ ਵੀਡੀਓ ਆਪਣਾ ਤੁਹਾਡਾ ਕੇਸ ਰਿਫਿਊਜ਼ ਹੋ ਰਿਹਾ ਹੈ, ਇਮੀਗ੍ਰੇਸ਼ਨ ਦੀ ਗੱਲ ਹੋ ਰਹੀ ਹੈ। ਉਹ ਕੀ ਹੈ? ਪਬਲਿਕ ਚਾਰਜ। ਕਿ ਪਬਲਿਕ ਚਾਰਜ ਦੀ ਵਜ੍ਹਾ ਨਾਲ ਤੁਹਾਡਾ ਕੇਸ ਰਿਫਿਊਜ਼ ਕਰ ਰਹੇ ਆ, ਇਹ ਵਜ੍ਹਾ। ਹੁਣ ਉਹਦੇ 'ਚ ਦੋ ਮੇਨ ਪੁਆਇੰਟ ਨੇ, ਇੱਕ ਹੈ ਫਾਈਨੈਂਸ਼ੀਅਲ, ਇੱਕ ਹੈ ਮੈਡੀਕਲ। ਮੈਂ ਪਹਿਲੇ ਫਾਈਨੈਂਸ਼ੀਅਲ ਡਿਸਕਸ ਕਰ ਦਵਾਂ। ਫਾਈਨੈਂਸ਼ੀਅਲ ਦੇ ਵਿੱਚ ਤੁਹਾਡਾ ਜਿਹੜਾ ਪਹਿਲਾ ਮੇਨ ਮਸਲਾ ਜਿਹੜਾ ਹੁੰਦਾ ਉਹ ਹੈ ਕਿ ਤੁਹਾਡਾ ਜਿਹੜਾ ਸਪਾਂਸਰ ਹੈ ਉਹ ਵੀਕ ਹੈ, ਜਿਹਨੇ ਐਫੀਡੇਵਿਟ ਆਫ ਸਪੋਰਟ ਦਿੱਤਾ ਹੈ, ਉਹ ਭਾਵੇਂ ਕੋ ਸਪਾਂਸਰ ਹੈ ਭਾਵੇਂ ਸਪਾਂਸਰ ਹੈ, ਉਹ ਵੀਕ। ਉਹ ਵੀਕ ਕਿਸ ਨਾਲ ਹੁੰਦਾ ਹੈ? ਉਹ ਵੀਕ ਇਸ ਨਾਲ ਹੁੰਦਾ ਕਿ ਉਹਦੀ ਇੱਕ ਆਮਦਨੀ ਹੈ ਜਿਹਦੇ ਵਿੱਚ ਤੁਸੀਂ ਵੀ ਕਵਰ ਹੋ ਜਾਂਦੇ ਹੋ, ਤੁਹਾਡਾ ਆਪਣਾ ਹਾਊਸ ਹੋਲਡ ਵੀ ਕਵਰ ਹੁੰਦਾ, ਲੇਕਿਨ ਉਹ ਇੰਨੀ ਨਹੀਂ, ਉਹ ਪੂਰੀ ਹੋ ਰਹੀ ਹੈ, ਥੋੜੀ ਜਿਹੀ ਜ਼ਿਆਦਾ ਹੈ। ਉਹਦੀ ਵਜ੍ਹਾ ਦੇ ਨਾਲ ਉਹਨਾਂ ਨੂੰ ਇਹ ਸ਼ੱਕ ਹੁੰਦਾ ਹੈ ਕਿ ਅਗਰ ਤੁਸੀਂ ਉੱਥੇ ਜਾ ਕੇ ਆਪਣੇ ਆਪ ਨੂੰ ਨਾ ਸੰਭਾਲ ਸਕੇ ਔਰ ਇਹ ਬੰਦਾ ਤੇ ਅੱਗੇ ਉਹਦੀ ਆਮਦਨੀ ਪੂਰੀ ਹੈ, ਉਹ ਤੁਹਾਨੂੰ ਫੀਡ ਨਾ ਕਰ ਸਕਿਆ, ਤੁਹਾਨੂੰ ਤੁਹਾਡੇ ਮੈਡੀਕਲ ਨਾ ਦੇ ਸਕਿਆ, ਤਾਂ ਫਿਰ ਕੀ ਹੋਏਗਾ? ਫਿਰ ਤੁਸੀਂ ਪਬਲਿਕ ਚਾਰਜ ਤੇ ਜਾਓਗੇ। ਇਸ ਵਾਸਤੇ ਉਹ ਤੁਹਾਡਾ ਵੀਜ਼ਾ ਰਿਫਿਊਜ਼ ਕਰ ਦਿੰਦੇ ਨੇ, ਤੁਹਾਡਾ ਕੇਸ ਰਿਫਿਊਜ਼ ਕਰ ਦਿੰਦੇ ਨੇ। ਹੁਣ ਮੈਂ ਤੁਹਾਨੂੰ ਇੱਕ ਬੜੀ ਬੁਨਿਆਦੀ ਗੱਲ ਦੱਸਦਾ, ਜਦੋਂ ਕੇਸ ਰਿਫਿਊਜ਼ ਕਰਦੇ ਆ ਤਾਂ ਮਤਲਬ ਇਹ ਨਹੀਂ ਕਿ ਬਸ ਹੁਣ ਤੁਸੀਂ ਫਾਰਗ ਹੋ, ਤੁਹਾਡਾ ਕਦੀ ਵੀਜ਼ਾ ਨਹੀਂ ਲੱਗਣਾ ਜਾਂ ਦੁਬਾਰਾ ਕੇਸ ਕਰਾਓ। ਨੋ। ਉਹ ਇੱਕ ਤੁਹਾਨੂੰ ਇੱਕ ਚਾਂਸ ਦਿੰਦੇ ਨੇ, ਥੱਲੇ ਲਿਖਿਆ ਹੁੰਦਾ ਕਿ ਵੀ ਇਹ ਡਾਕੂਮੈਂਟ ਦੁਬਾਰਾ ਕਰਾ, IR6 ਫੋਰ ਦੁਬਾਰਾ ਜਮ੍ਹਾਂ ਕਰਾਓ, ਇਹ ਮਸਲਾ ਕਰੋ। ਹੁਣ ਇਹਦਾ ਹੱਲ ਹੈ ਕਿ ਪਹਿਲੇ ਹੀ ਆਪਣਾ ਤੁਹਾਡਾ ਅਗਰ ਤੁਹਾਡਾ ਸਪਾਂਸਰ ਮਜ਼ਬੂਤ ਹੈ ਫਿਰ ਤੇ ਸਾਰੇ ਸਵਾਲ ਹੀ ਨਹੀਂ ਉੱਠਣੇ। ਜੇ ਉਹਦੀ ਆਮਦਨੀ ਐਕਸਟਰਾ, ਕਾਫੀ ਐਕਸਟਰਾ, ਫਿਰ ਤੇ ਤੁਸੀਂ ਬੇਫਿਕਰ ਹੋ ਕੇ ਜਾਓ, ਕੋਈ ਪਬਲਿਕ ਚਾਰਜ ਕੁਛ ਨਹੀਂ ਲੱਗਣਾ, ਡਾਇਰੈਕਟ ਤੁਹਾਨੂੰ ਵੀਜ਼ਾ ਮਿਲ ਜਾਣਾ। ਔਰ ਠੀਕ ਹੈ, ਕਿਧਰੇ ਪਾਸ ਲੱਗਾ ਕਿਧਰੇ ਨਹੀਂ ਲੱਗਾ, ਉਹ ਤੁਹਾਡਾ ਕੰਮ ਸਿੱਧਾ ਖਤਮ ਹੋ ਜਾਣਾ। ਇੰਡੀਆ 'ਚ ਪਾਸ ਨਹੀਂ ਗਾ, ਮੈਂ ਇਸ ਵਾਸਤੇ ਕਹਿ ਰਿਹਾ, ਪਾਕਿਸਤਾਨ 'ਚ ਪਾਸ ਹੈ, ਬੰਗਲਾਦੇਸ਼ 'ਚ ਪਾਸ ਹੈ, ਉਹਨਾਂ ਦਾ ਤੇ ਅਪਰੂਵ ਹੋਣ ਤੋਂ ਬਾਅਦ ਵੀ ਵੀਜ਼ਾ ਰੋਕ ਰਹੇ ਨੇ। ਹੁਣ ਆ ਗਈ ਅਗਲੀ ਗੱਲ, ਅਗਰ ਤੁਹਾਡਾ ਆਪਣਾ ਜਿਹੜਾ ਸਪਾਂਸਰ ਹੈ ਉਹ ਵੀਕ ਹੈ ਤੇ ਉਹਨੂੰ ਚਾਹੀਦਾ ਕਿ ਨਾਲ ਇੱਕ ਵੀਕ ਤੋਂ ਮੁਰਾਦ ਉਹਦੀ ਆਮਦਨੀ ਇੰਨੀ ਆਮਦਨੀ ਨੇ ਕੋ ਸਪਾਂਸਰ ਨਾਲ ਲਵੇ, ਉਹਦੇ ਨਾਲ ਕੇਸ ਹੋਰ ਮਜ਼ਬੂਤ ਹੋ ਜਾਏਗਾ। ਤੀਸਰੀ ਗੱਲ ਹੈ ਜਿਹਦੀ ਵਜ੍ਹਾ ਨਾਲ ਅਕਸਰ ਕੇਸ ਵਾਪਸ ਆ ਰਹੇ ਨੇ, ਰਿਫਿਊਜ਼ ਹੋ ਰਹੇ ਨੇ, ਮਸਲਨ ਕਿ ਡਾਕੂਮੈਂਟਸ ਅਪ ਟੂ ਡੇਟ ਨਹੀਂ। IR6 4 ਦੇ ਵਿੱਚ ਗਲਤੀਆਂ ਨੇ, ਜਿਹੜਾ ਤੁਹਾਡਾ 1099 ਨੇ ਉਹ ਅਪ ਟੂ ਡੇਟ ਨਹੀਂ ਦਿੱਤਾ, ਇਸ ਸਾਲ ਦਾ ਨਹੀਂ ਦਿੱਤਾ, W2 ਸਹੀ ਨਹੀਂ ਹੈਗਾ, ਫਾਰਮ 'ਚ ਜਿਹੜੀ ਗੱਲ ਲਿਖੀ ਉਹ ਜਿਹੜੇ ਡਾਕੂਮੈਂਟ, ਜਿਹੜੀ ਆਮਦਨੀ ਲਿਖੀ, ਜਿਹੜੇ ਡਾਕੂਮੈਂਟਸ ਭੇਜੇ ਉਹ ਹੋਰ ਨੇ, ਉਹ ਮਸਲਾ ਬਣ ਗਿਆ। ਆਮਦਨੀ ਘੱਟ ਹੈ, ਉਹ ਡਾਕੂਮੈਂਟਸ ਭੇਜਦੇ ਨੇ। ਇਹ ਸਾਰੇ ਮਸਾਇਲ ਦੀ ਵਜ੍ਹਾ ਦੇ ਨਾਲ ਕੇਸ ਰਿਫਿਊਜ਼ ਹੋ ਰਹੇ ਨੇ। ਇਸ ਵਾਸਤੇ ਪਹਿਲਾ ਹੱਲ ਦੱਸਦਾ ਕਿ ਮਜ਼ਬੂਤ ਹੋਵੇ। ਦੂਸਰਾ ਜਿਹੜਾ ਹੈਗਾ ਡਾਕੂਮੈਂਟਸ, ਉਹ ਤੇ ਬਹੁਤ ਆਸਾਨ ਹੈ, ਵਕੀਲ ਨੂੰ ਚੈੱਕ ਕਰਾ ਲਓ। ਖੁਦ ਅਗਰ ਫਿਲ ਕਰ ਰਹੇ ਹੋ, ਅਗਰ ਵਕੀਲ 'ਚ ਫਿਲ ਕਰ ਰਿਹਾ, ਫਿਰ ਇਹ ਮਸਾਇਲ ਹੋਣ ਦੇ ਚਾਂਸਿਸ ਨਾ ਹੋਣ ਦੇ ਬਰਾਬਰ ਹੁੰਦੇ ਨੇ। ਲੇਕਿਨ ਜੇ ਤੁਸੀਂ ਖੁਦ ਕਰ ਰਹੇ ਹੋ ਤੇ ਪਲੀਜ਼ ਉਹਨੂੰ ਕਿਸੇ ਨੂੰ ਵੈਰੀਫਾਈ ਕਰਵਾ ਲਓ ਕਿ ਮੈਂ ਕੋਈ ਗਲਤ ਨਹੀਂ ਕੀਤਾ। ਜਿਹੜੇ ਡਾਕੂਮੈਂਟਸ ਨਾਲ ਲਾ ਰਹੇ ਉਹਨਾਂ ਨੂੰ ਪਹਿਲੇ ਚੈੱਕ ਕਰ ਲਓ। ਇਹਦੀ ਵਜ੍ਹਾ ਨਾਲ ਬਹੁਤ ਕੇਸ ਵਾਪਸ ਆਉਂਦੇ ਨੇ। ਉਹਦੀ ਵਜ੍ਹਾ ਕੀ ਹੁੰਦੀ ਹੈ? ਜਿਹੜਾ ਸਪਾਂਸਰ ਹੁੰਦਾ ਉਹ ਅਮਰੀਕਾ 'ਚ ਹੁੰਦਾ, ਜਿਹਨੇ ਉਹ ਬੈਨੀਫਿਸ਼ਰੀ ਹੁੰਦਾ ਉਹ ਆਪਣੇ ਮੁਲਕ 'ਚ ਹੁੰਦਾ, ਉਹਦੀ ਵਜ੍ਹਾ ਨਾਲ ਉਹ ਜ਼ਰਾ ਕਮਿਊਨੀਕੇਸ਼ਨ ਦਾ ਮਸਲਾ, ਡਾਕੂਮੈਂਟਸ ਭੇਜਣ ਦਾ ਮਸਲਾ, ਔਰ ਫਿਰ ਜ਼ਾਹਰ ਬੰਦੇ ਕਈ ਰਿਸਰਚ ਵੀ ਮੇਰੇ ਵਰਗੇ ਨਹੀਂ ਕਰਦੇ, ਡਾਕੂਮੈਂਟ ਭੇਜ ਦਿੰਦੇ ਨੇ, ਬਾਅਦ 'ਚ ਮਸਾਇਲ ਹੁੰਦੇ, ਉਹਦੇ ਨਾਲ ਕੇਸ ਰਿਫਿਊਜ਼ ਹੋ ਜਾਂਦਾ ਹੈ। ਤੀਸਰਾ ਮਸਲਾ ਉਹ ਦੇਖਿਆ ਜਾਂਦਾ ਐਪਲੀਕੈਂਟ, ਕਿ ਐਪਲੀਕੈਂਟ ਦੀ ਤਾਲੀਮ ਕੀ ਹੈ, ਇਹਦਾ ਫਾਈਨੈਂਸ਼ੀਅਲ ਬੈਕਗਰਾਊਂਡ ਕੀ ਹੈ ਔਰ ਇਹਦੇ 'ਚ ਕੋਈ ਸਕਿੱਲ ਹੈ ਕਿ ਨਹੀਂ। ਉਸ ਬੁਨਿਆਦ ਉੱਤੇ ਵੀ ਕੇਸ ਰਿਫਿਊਜ਼ ਹੋ ਸਕਦਾ ਹੈ ਪਬਲਿਕ ਚਾਰਜ ਦੇ ਵਿੱਚ। ਉਹ ਕੀ ਹੈ ਕਿ ਹੁਣ ਉਹਦਾ ਹੱਲ ਕੀ ਹੈ ਕਿ ਉਹਦੇ 'ਚ ਤੁਸੀਂ ਆਪਣਾ ਦੱਸਣਾ ਕਿ ਵੀ ਮੇਰੇ ਕੋਲ ਇਹ ਐਸਟ ਨੇ, ਮੈਂ ਮਕਾਨ, ਇਹ ਜ਼ਮੀਨ ਵੇਚ ਕੇ ਜਾ ਰਿਹਾ ਵਾਂ, ਜਾਂ ਮੇਰਾ ਕਾਰੋਬਾਰ ਹੈ ਮੈਂ ਵੇਚ ਕੇ ਜਾ ਰਿਹਾ, ਇਹ ਮੇਰੀ ਤਾਲੀਮ ਹੈ, ਇਹਨੂੰ ਹੀ ਮੈਂ ਅੱਗੇ ਪਰਸੂ ਕਰਨਾ ਹੈ, ਇਹ ਮੇਰਾ ਸਕਿੱਲ ਹੈ, ਇਹ ਜਾ ਕੇ ਮੈਂ ਇਹ ਟ੍ਰੇਡ ਹੀ ਕਰਨੀ ਹੈ, ਮੈਂ ਲੱਕੜੀ ਦਾ ਕੰਮ ਕਰਨਾ, ਲੋਹੇ ਦਾ ਕਰਨਾ। ਇਹ ਤੁਸੀਂ ਉਹਨੂੰ ਯਕੀਨ ਦਿਲਾਣਾ ਹੈ ਡਾਕੂਮੈਂਟਸ ਦੇ ਜ਼ਰੀਏ, ਉਹਨੂੰ ਪ੍ਰੂਫ ਕਰਨਾ ਕਿ ਇਹ ਮੇਰੀ ਡਿਗਰੀ ਹੈ, ਮੈਂ ਇਹਨੂੰ ਕਰਨਾ, ਜਾਂ ਇਹ ਮੇਰਾ ਸਾਰੀ ਜ਼ਿੰਦਗੀ ਤੋਂ ਟ੍ਰੇਡ ਰਿਹਾ, ਇਹ ਮੇਰਾ ਐਕਸਪੀਰੀਅੰਸ ਸਰਟੀਫਿਕੇਟ, ਮੈਂ ਇਹ ਕੰਪਨੀ 'ਚ ਕੰਮ ਕੀਤਾ, ਇਹ ਮੇਰਾ ਆਪਣਾ ਬਿਜ਼ਨਸ ਸੀ, ਤਾਂ ਕਿ ਉਹਨੂੰ ਪਤਾ ਹੋਵੇ ਕਿ ਇਹ ਬੰਦਾ ਜਾ ਕੇ ਸਾਡੇ ਵੈਲਫੇਅਰ ਦੇ ਉੱਤੇ ਨਹੀਂ ਜਾਏਗਾ। ਕਿਉਂਕਿ ਅਮਰੀਕਾ 'ਚ ਇਸ ਟਾਈਮ ਸਭ ਤੋਂ ਵੱਡੀ ਡਿਬੇਟ ਹੀ ਇਹੋ ਹੀ ਹੈ ਕਿ ਇਹ ਲੋਕ ਇਮੀਗ੍ਰੈਂਟਸ ਆਉਂਦੇ ਨੇ, ਇਹ ਵੈਲ ਆਫ ਨਹੀਂ ਹੁੰਦੇ, ਇਹ ਕਾਬਲ ਨਹੀਂ ਹੁੰਦੇ, ਫਿਰ ਆ ਕੇ ਵੈਲਫੇਅਰ ਲੈਂਦੇ ਨੇ, ਉਹ ਟੈਕਸ ਪੇਅਰ ਦਾ ਪੈਸਾ ਇਹਨਾਂ ਦੇ ਉੱਤੇ ਲੱਗਦਾ ਜਿਹੜਾ ਸਾਡੇ ਲੋਕਾਂ ਤੇ ਲੱਗਣਾ ਚਾਹੀਦਾ। ਇਸ ਡਿਬੇਟ ਦੀ ਵਜ੍ਹਾ ਨਾਲ ਪਬਲਿਕ ਚਾਰਜ ਦੇ ਉੱਤੇ ਬਹੁਤ ਹੀ ਸਖਤੀ ਹੋਈ ਹੈ ਔਰ ਉਹੀ ਹੈ, ਤੁਹਾਨੂੰ ਪਤਾ ਹੈ ਕਿ ਨਵਾਂ ਕੰਮ ਹੈ, ਇਹਦੇ ਵਿੱਚ ਬਹੁਤ ਸਾਰੇ, ਔਰ ਇਹਦੇ ਵਿੱਚ ਪਾਕਿਸਤਾਨ ਤੇ ਪਾਸ ਵੀ ਹੈ ਔਰ ਇਸ ਵਜ੍ਹਾ ਦੇ ਨਾਲ ਹੀ ਵੀਜ਼ੇ ਰਿਫਿਊਜ਼ ਵੀ ਹੋ ਰਹੇ ਨੇ। ਤੇ ਇਹ ਤੁਸੀਂ ਕੰਮ ਕਰਕੇ ਜਾਣਾ। ਹੁਣ ਇਹਦੇ 'ਚ ਕਿ ਮੈਂ ਬਹੁਤ ਹੀ ਮਜ਼ਬੂਤ ਚੀਜ਼ ਤੁਹਾਨੂੰ ਦੱਸਾਂ, ਹੁਣ ਤੁਸੀਂ ਉਹ 'ਚ ਇੱਕ ਚੀਜ਼ ਸਾਬਤ ਕਰਨੀ ਹੈ ਕਿ ਬਈ ਜਿਹੜਾ ਮੇਰਾ ਸਪਾਂਸਰ ਹੈ ਉਹ ਮੈਨੂੰ ਆਪਣੇ ਘਰ ਵੀ ਰੱਖੇਗਾ, ਉਹ ਮੈਨੂੰ
ਆਪਣਾ ਜਿਹੜਾ ਮੇਰੇ ਤੇ ਮੁਸ਼ਕਲ ਆਏਗੀ ਉਹ ਵੀ ਕਰੇਗਾ, ਮੇਰੀ ਮੈਡੀਕਲ ਇੰਸ਼ੋਰੈਂਸ ਵੀ ਪੇ ਕਰੇਗਾ, ਇਹ ਸਾਰੇ ਕੰਮ ਕਰੇਗਾ। ਇਹਦਾ ਸਭ ਤੋਂ ਬਿਹਤਰੀਨ ਐਵੀਡੈਂਸ ਹੈ ਵੇ, ਮੈਂ ਤੁਹਾਨੂੰ ਇਹ ਸੁਜੈਸ਼ਨ ਦੇ ਰਿਹਾ ਕਿ ਇੱਕ ਐਫੀਡੈਵਿਟ ਬਣਵਾਓ ਆਪਣੇ ਸਪਾਂਸਰ ਕੋਲੋਂ, ਜੇ ਚੋ ਲਿਖੇ ਕਿ ਮੈਂ IELTS ਐਫੀਡੈਵਿਟ ਦਾ ਸਪੋਰਟ ਦੇ ਦਿੱਤਾ ਹੈ, ਉਹ ਖਤਮ ਹੋ ਗਈ ਗੱਲ। ਇਹ ਇੱਕ ਕਾਗਜ਼ ਹੈ, ਇੱਕ ਐਫੀਡੈਵਿਟ ਹੈ, ਜਿਹਨੂੰ ਭਾਵੇਂ ਉਹ ਨੋਟਰੀ ਪਬਲਿਕ ਵੀ ਕਰਵਾਏ, ਉਹ 'ਚ ਲਿਖੇ ਕਿ ਵੀ ਮੈਂ ਇੱਥੇ ਕੋਈ ਮੁਸ਼ਕਲ ਆਏਗੀ, ਮੈਂ ਆਲਰੇਡੀ ਦੱਸ ਚੁੱਕਿਆ ਵਾਂ, ਲੇਕਿਨ ਮੈਂ ਤੁਹਾਨੂੰ ਫਿਰ ਯਕੀਨ ਦਿਲਾਨਾ ਕਿ ਮੈਂ ਇਹਦੀ ਮੁਕੰਮਲ ਸਪੋਰਟ ਕਰਾਂਗਾ, ਫਾਈਨੈਂਸ਼ੀਅਲੀ ਵੀ। ਮੈਂ ਇਹਦਾ ਇੰਸ਼ੋਰੈਂਸ, ਇਹ ਮੇਰੀ ਕੰਪਨੀ ਦੀ ਇੰਸ਼ੋਰੈਂਸ ਹੈ, ਇਹਦੀ ਕਾਪੀ ਮੈਂ ਨਾਲ ਲਾ ਰਿਹਾ, ਨਾਲ ਮੈਂ ਇਹਦੀ ਵੀ ਕੋਟੇਸ਼ਨ ਨਾਲ ਲਾ ਕੇ ਦੇ ਰਿਹਾ। ਕੋਟੇਸ਼ਨ ਕਰੋ, ਲੈ ਲਓ ਮੈਡੀਕਲ ਇੰਸ਼ੋਰੈਂਸ ਦੀ, ਤਾਂ ਕਿ ਇੱਕ ਮਜ਼ਬੂਤ ਸਬੂਤ ਹੋ ਜਾਏ ਕਿ ਇਹ ਜਾ ਕੇ ਉੱਥੇ ਕੋਈ ਮੈਡੀਕੇਡ ਅਪਲਾਈ ਨਹੀਂ ਕਰੇਗਾ, ਇਹਨੂੰ ਖਾਣੇ ਪੀਣੇ ਦਾ ਮਸਲਾ ਨਹੀਂ ਹੋਏਗਾ। ਇਹ ਬੰਦਾ ਦੱਸੇ ਕਿ ਯਾਰ ਮੇਰੇ ਘਰ 'ਚ 3 ਕਮਰੇ ਨੇ, ਅਸੀਂ 4 ਬੰਦੇ ਰਹਿੰਦੇ ਆ, ਇਹ 3 ਬੰਦੇ ਹੋਰ ਆ ਰਹੇ ਨੇ, ਅਸੀਂ ਇਹਨਾਂ ਨੂੰ ਅਕੋਮੋਡੇਟ ਕਰ ਸਕਨੇ ਆ, ਇਹਨੂੰ ਮੈਂ ਆਪਣੀ ਬੇਸਮੈਂਟ ਦੇ ਵਿੱਚ ਰੱਖ ਲਾਂ। ਯਾਨੀ ਕਿ ਪਲਾਨ ਦੇਵੇ, ਅਗਲੇ ਨੂੰ ਪਤਾ ਹੋਵੇ ਕਿ ਯਾਰ ਕੋਈ ਪਲਾਨ ਦੇ ਰਿਹਾ ਹੈ, ਕੋਈ ਯਕੀਨ ਦਿਵਾਓ, ਉਹਨੂੰ ਐਫੀਡੈਵਿਟ ਦਿਓ, ਸਾਈਨ ਕਰਕੇ ਭੇਜੋ ਕਿ ਮੈਂ ਤਾਂ ਜ਼ਿੰਮੇਦਾਰ ਹੋਵਾਂਗਾ, ਇਹ ਕੋਈ ਪਬਲਿਕ ਚਾਰਜ ਨਹੀਂ ਲਏਗਾ। IELTS ਦਿੱਤਾ ਹੈ, ਇੱਕ ਐਡੀਸ਼ਨਲ ਡਾਕੂਮੈਂਟ, ਸਪੋਰਟਿੰਗ ਡਾਕੂਮੈਂਟ ਮੇਰੇ ਕਹਿਣ ਤੇ ਦੇ ਦਿਓ। ਇਹ ਕੁਝ ਕਾਨੂੰਨ ਨਹੀਂ ਹੈਗਾ ਔਰ ਮੰਗ ਨਹੀਂ ਰਹੇ ਤੁਹਾਡੇ ਕੋਲੋਂ, ਲੇਕਿਨ ਕੋਈ ਚੀਜ਼ ਦਿਓਗੇ ਤਾਂ ਉਹਨੂੰ ਵੀ ਤਾਂ ਯਕੀਨ ਆਏਗਾ ਨਾ। ਇਹ ਉਹਦੇ ਵੱਲੋਂ ਹੋਏਗਾ, ਸਪਾਂਸਰ ਵੱਲੋਂ, ਤੇ ਉਹਨੂੰ ਯਕੀਨ ਆਏਗਾ ਕਿ ਹਾਂ ਬਈ ਕੋਈ ਬੰਦਾ ਇੱਕ ਐਫੀਡੈਵਿਟ ਲਿਖ ਕੇ ਦੇ ਰਿਹਾ, ਨੋਟਰੀ ਪਬਲਿਕ ਕਰਾ ਰਿਹਾ ਹੈ। ਇਹਦੇ ਨਾਲ ਮਜ਼ੀਦ ਤੁਸੀਂ ਆਪਣੀ ਗੱਲ ਨੂੰ ਐਕਸਪ੍ਰੈਸ ਕਰ ਸਕੋਗੇ। IELTS ਤੇ ਕੋਈ ਖਾਨਾ ਨਹੀਂ ਨਾ ਹੁੰਦਾ ਚੀਜ਼ਾਂ ਲਿਖਣ ਦਾ, ਉੱਥੇ ਤੇ ਤੁਸੀਂ ਸਿਰਫ ਉਹੀ ਲਿਖਣਾ ਜੋ ਤੁਹਾਡੇ ਕੋਲ ਪੁੱਛਿਆ। ਇਹਦੇ 'ਚ ਤੁਸੀਂ ਸਾਰੀ ਡਿਟੇਲ ਲਿਖ ਸਕਦੇ ਹੋ, 2 ਸਫ਼ਿਆਂ ਦਾ ਬਣਾ ਕੇ ਦੇ ਦਿਓ ਕਿ ਜੀ ਇਹ ਮੇਰੇ ਸੋਰਸਿਸ ਨੇ, ਇਹ ਮੇਰਾ ਕੰਮ ਕਰਨਾ, ਇਹਨੂੰ ਮੈਂ ਇੱਥੇ ਕੰਮ ਤੇ ਲਵਾਉਣਾ ਹੈ, ਇਹ ਕੰਮ ਦੇ ਉੱਤੇ ਮੈਂ ਜੌਬ ਦੀ ਗੱਲ ਕੀਤੀ ਹੈ, ਇਹਦਾ CV ਮੈਂ ਬਣਵਾਇਆ ਹੈ, ਇਹ ਮੇਰਾ ਕਾਰੋਬਾਰ ਹੈ, ਮੈਨੂੰ ਆਪਣੇ ਨਾਲ ਫਿੱਟ ਕਰਨਾ ਹੈ। ਇਹ ਸਾਰੀਆਂ ਗੱਲਾਂ 'ਚ ਲਿਖੋਗੇ, ਤੁਹਾਡਾ ਕੇਸ ਮਜ਼ਬੂਤ ਹੋਏਗਾ, ਫਿਰ ਤੁਹਾਡੇ ਤੇ ਇਹ ਚਾਰਜ ਨਹੀਂ ਲੱਗੇਗਾ। ਔਰ ਅਗਰ ਲੱਗ ਜਾਏ, ਉਹਦਾ ਹੱਲ ਕੱਢ ਕੇ ਭੇਜੋ, ਮਜ਼ਬੂਤ ਹੱਲ ਕੱਢ ਕੇ ਭੇਜੋ, ਵਕੀਲ ਨਾਲ ਮਸ਼ਵਰਾ ਕਰ ਲਓ ਜੇ ਤੁਹਾਨੂੰ ਖੁਦ ਸਮਝ ਨਹੀਂ ਆਉਂਦੀ ਤੇ। ਇਹ ਪਬਲਿਕ ਚਾਰਜ ਹੋ ਗਿਆ। ਦੂਸਰਾ ਜਿਹੜਾ ਪ੍ਰੋਬਲਮ ਆ ਰਹੀ, ਜਿਹਦੀ ਵਜ੍ਹਾ ਨਾਲ ਕੇਸ ਡਿਲੇ ਹੋ ਰਹੇ ਨੇ ਔਰ ਲੋਕ ਗਲਤੀ ਕਰਕੇ ਭੇਜ ਰਹੇ ਨੇ, ਪਰੇਸ਼ਾਨ ਵੀ ਨੇ, ਔਰ RFE ਰਿਕੁਐਸਟ ਫਾਰ ਐਵੀਡੈਂਸ ਆ ਰਿਹਾ। ਕੇਸ ਜਮਾ ਹੋਇਆ ਹੈ, RFE ਆ ਗਈ। RFE ਆਂਦੀ ਨਾ ਤੇ ਲੋਕੀ ਡਰ ਜਾਂਦੇ ਨੇ, ਪਤਾ ਨਹੀਂ ਉਹਦਾ ਕੀ ਟੈਰਰ ਹੈ, ਉਹਦਾ ਮੇਰੀ ਸਮਝ ਤੋਂ ਬਾਹਰ ਹੈ, ਔਰ ਬਹੁਤ ਪਰੇਸ਼ਾਨ ਜੀ। RFE ਆ ਗਿਆ ਜੀ, RFE ਆ ਗਿਆ, ਬੜਾ ਪ੍ਰੋਬਲਮ ਬੋਬੀ ਭਾਈ, ਹੁਣ ਕੀ ਬਣੇਗਾ ਸਾਡਾ? ਉਹਦਾ ਕੀ ਮਸਲਾ ਦੇਖੋ ਜੀ, RFE ਦਾ ਮਤਲਬ ਕੀ ਹੈ? ਬੜਾ ਆਸਾਨ ਕੰਮ ਹੈ। ਤੁਸੀਂ ਡਾਕੂਮੈਂਟ ਜਮ੍ਹਾਂ ਕਰਾਏ, ਉਸ ਡਾਕੂਮੈਂਟ 'ਚ ਕੋਈ ਪ੍ਰੋਬਲਮ ਸੀ, ਉਹਨੇ ਤੁਹਾਨੂੰ ਇੱਕ ਲੈਟਰ ਭੇਜਦਾ ਕਿ ਚੱਲ ਬਈ ਰਿਕੁਐਸਟ, ਉਹ ਤੁਹਾਨੂੰ ਰਿਕੁਐਸਟ ਕਰ ਰਿਹਾ ਫਾਰ ਐਵੀਡੈਂਸ। ਯਾਰ ਮੈਂ ਤੈਨੂੰ ਰਿਕੁਐਸਟ ਕਰ ਰਿਹਾ ਕਿ ਮੈਨੂੰ ਐਵੀਡੈਂਸ ਦੇ, ਇਹ ਜਿਹੜਾ ਤੂੰ ਮੈਨੂੰ ਆਪਣਾ ਬਰਥ ਸਰਟੀਫਿਕੇਟ ਭੇਜਿਆ ਨਾ, ਇਹ ਸਹੀ ਨਹੀਂ ਹੈਗਾ, ਇਹ ਪੂਰਾ ਨਹੀਂ ਹੈਗਾ ਇਹ ਪੇਜ। ਉਹ ਤੂੰ ਮੈਨੂੰ ਸਾਰੇ ਡਾਕੂਮੈਂਟ ਭੇਜਦੇ, ਆਪਣਾ ਮੈਰਿਜ ਸਰਟੀਫਿਕੇਟ ਭੇਜੇ ਹੀ ਨਹੀਂ। ਉਹ ਯਾਰ ਤੂੰ ਮੈਨੂੰ ਸਾਰੇ ਡਾਕੂਮੈਂਟ ਭੇਜਦੇ, ਆਪਣਾ ਉਹ W2 ਤੇ ਭੇਜੇ ਹੀ ਨਹੀਂ ਇਹ ਪੇਜ। ਜਾਂ ਤੂੰ ਮੈਨੂੰ 1099 ਭੇਜਿਆ, ਮੈਂ ਮੁਤਮਈਨ ਨਹੀਂ ਹੋਇਆ, ਇਹ ਸਹੀ ਲਿਖਿਆ ਨਹੀਂਗਾ, ਮੈਨੂੰ ਸਹੀ ਭੇਜ। ਇਹ ਤੂੰ ਫਲਾਣਾ ਆਪਣਾ ਡਾਕੂਮੈਂਟ ਭੇਜਿਆ, ਇੰਗਲਿਸ਼ 'ਚ ਤੇ ਭੇਜਿਆ ਹੀ ਨਹੀਂ, ਇਹ ਦੁਬਾਰਾ। ਇਹ ਚੀਜ਼ਾਂ ਨੇ RFE। ਇਹ ਐਵੀਡੈਂਸ ਉਹਨਾਂ ਨੂੰ ਤੁਸੀਂ ਭੇਜਣਾ, ਕੋਈ ਇਹਦੇ 'ਚ ਕੇਸ ਰਿਫਿਊਜ਼ ਨਹੀਂ ਕਰਕੇ ਉਹ ਭੇਜ ਰਹੇ, ਤੁਹਾਡੇ ਕੋਲ ਰਿਕੁਐਸਟ ਕਰ ਰਹੇ ਨੇ। ਲੋਕੀ ਕੀ ਸਮਝਦੇ ਕਿ ਸ਼ਾਇਦ ਮੇਰਾ ਕੇਸ ਰਿਫਿਊਜ਼ ਹੋ ਜਾਣਾ, RFE ਆ ਗਿਆ ਨਾ, RFE ਲੱਗ ਗਿਆ। ਕਈ ਲੋਕ ਮੈਨੂੰ ਕਹਿੰਦੇ ਜੀ ਬੋਬੀ ਭਾਈ RFE ਲੱਗ ਗਿਆ ਸਾਨੂੰ, ਜਿਸ ਤਰ੍ਹਾਂ ਕੋਈ ਦਫਾ ਲੱਗ ਗਈ, ਕੋਈ ਉਹ ਲੱਗ ਗਈ ਹੈ, ਕੋਈ ਤਾਜ਼ੀਰਾਤੇ ਹਿੰਦ ਲੱਗ ਗਈ ਹੈ। ਖਜੇ ਕੋਈ ਗੱਲ ਨਹੀਂ, ਉਹ ਇੱਕ ਐਵੀਡੈਂਸ ਮੰਗ ਰਿਹਾ, ਪਰੇਸ਼ਾਨ ਨਹੀਂ ਹੋਣਾ। ਅੱਛਾ, ਹੁਣ ਅੱਜ ਇੱਕ ਹੋਰ ਬੜੀ ਮਿੱਥ ਹੈ, ਜੇ ਦੂਜਾ RFE ਆ ਗਿਆ ਤਾਂ ਫਿਰ ਤਾਂ ਕੇਸ ਉੱਡ ਗਿਆ। ਉਹ ਭਾਈ ਦੂਜਾ RFE ਅਵਲ ਤੇ ਫੈਮਿਲੀ ਕੇਸਾਂ 'ਚ ਆਉਂਦਾ ਹੀ ਨਹੀਂ, ਕਿਉਂਕਿ ਇੱਕ ਵਾਰੀ ਕੇਸ ਖੁੱਲਦਾ ਉਹਦੇ ਵਿੱਚ ਆ ਜਾਂਦਾ ਕਿ ਹਾਂ ਭਈ ਇਹ ਤੇਰੇ ਸਾਰੇ ਮਸਲੇ ਨੇ, ਇਹ 2 ਪੁਆਇੰਟ ਨੇ, ਇਹ ਸਾਰੇ ਕਾਗਜ਼ ਮੰਗਾਓ ਜੀ, ਸਾਨੂੰ ਭੇਜੋ। ਅਗਰ ਦੂਸਰਾ RFE ਆਉਂਦਾ, ਇਹ ਨਹੀਂ ਕਿ ਆਉਂਦਾ ਨਹੀਂ, ਆਉਂਦਾ ਬਹੁਤ ਘੱਟ ਆਉਂਦਾ, ਉਹ ਅਸੂਲ 'ਚ ਆਉਂਦਾ ਜੇ ਪਹਿਲੇ RFE ਦਾ ਜਵਾਬ ਹੀ ਸਹੀ ਨਾ ਦਿੱਤਾ ਹੋਵੇ, ਪਹਿਲੇ RFE 'ਚ ਵੀ ਤੁਸੀਂ ਉਹਨੂੰ ਮੁਤਮਈਨ ਨਾ ਕਰ ਸਕੋ, ਤੇ ਫਿਰ ਦੂਸਰਾ RFE ਭੇਜਦਾ, ਯਾਨੀ ਤੀਸਰਾ ਚਾਂਸ ਤੁਹਾਨੂੰ ਦਿੰਦਾ। RFE ਆਉਂਦੇ ਰਹਿੰਦੇ ਨੇ। ਹਾਂ, RFE ਅਗਰ ਸਹੀ ਤੁਹਾਡੇ ਕੋਲ ਡਾਕੂਮੈਂਟ ਨਾ ਹੋਵੇ, ਤੁਹਾਡਾ ਡਾਕੂਮੈਂਟ ਇਸ ਕਾਬਲ ਨਾ ਹੋਵੇ ਕਿ ਉਹਦੇ ਤੋਂ ਯਕੀਨ ਕਰ ਸਕੇ, ਉਹ ਫਰਾਡ ਉਹਨੂੰ ਲੱਗੇ, ਝੂਠ ਹੋਵੇ, ਜਾਂ ਤੁਹਾਡਾ ਓਫੀਸ਼ੀਅਲ ਡਾਕੂਮੈਂਟ ਨਾ ਹੋਵੇ ਇੰਗਲਿਸ਼, ਫਿਰ ਤੁਹਾਡੇ ਵਾਸਤੇ ਮਸਲਾ ਹੈ। ਜੇ ਤੁਹਾਡੇ ਡਾਕੂਮੈਂਟ ਹੈਗੇ ਨੇ ਫਿਰ ਕੋਈ ਮਸਲਾ ਨਹੀਂਗਾ, ਉਹਨੂੰ ਦਿਓ, ਕੋਈ ਪ੍ਰੋਬਲਮ ਨਹੀਂ, ਇਹਦੇ 'ਚ ਕਿਹੜੀ ਗੱਲ ਹੈ। ਇਸ ਤਰ੍ਹਾਂ ਹੀ ਤੁਹਾਡਾ ਐਫੀਡੈਵਿਟ ਸਪੋਰਟ ਹੈ ਕਿ ਉਹਦੇ 'ਚ ਤੁਹਾਡਾ ਵੀਜ਼ਾ ਰਿਫਿਊਜ਼ ਨਹੀਂ ਹੁੰਦਾ, ਇਹ ਤੁਹਾਡਾ ਜਿਹੜਾ ਪਬਲਿਕ ਚਾਰਜ ਲੱਗਦਾ ਵੀਜ਼ਾ ਰਿਫਿਊਜ਼ ਨਹੀਂ ਹੁੰਦਾ। ਲੇਕਿਨ ਕੀ ਹੁੰਦਾ ਕਿ ਤੁਹਾਨੂੰ ਡਿਲੇ ਹੋ ਜਾਂਦਾ, ਤੁਹਾਨੂੰ ਇੱਕ ਟਾਈਮ ਦਿੰਦਾ। ਹਾਂ, ਅਗਰ ਉਹਦੇ ਵਿੱਚ ਤੁਹਾਡੇ ਕੋਲ ਉਹ ਹੈਗਾ ਹੀ ਨਹੀਂ, ਤੁਹਾਡਾ ਸਪਾਂਸਰ ਹੀ ਨਹੀਂਗਾ, ਤੁਹਾਡੇ ਕੋਲ ਐਫੀਡੈਵਿਟ ਸਪੋਰਟ ਹੀ ਨਹੀਂਗਾ, ਤਾਂ ਫਿਰ ਤਾਂ ਮਸਲਾ ਹੀ ਮਸਲਾ ਹੈ ਨਾ। ਇਸ ਵਾਸਤੇ 2 ਮਸਾਇਲ ਬਹੁਤ ਉੱਠ ਰਹੇ ਨੇ, ਲੋਕੀ ਪਰੇਸ਼ਾਨ ਨੇ। ਮੈਂ ਇੱਕ ਡਿਟੇਲ ਵੀਡੀਓ ਬਣਾ ਕੇ ਸਾਰੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਫਿਰ ਵੀ ਕੋਈ ਸਵਾਲ ਹੋ ਤਾਂ ਤੁਸੀਂ ਪੁੱਛ ਸਕਦੇ ਹੋ। ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਥੈਂਕ ਯੂ ਸੋ ਮਚ।